परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਜਿੱਦਾਂ ਅਸੀਂ ਸਾਰਿਆਂ ਨੇ ਅੱਜ ਦੇ ਟਾਈਟਲ ਨੂੰ ਜਾਣਿਆ ਕਿ ਪਤੀ ਪਤਨੀ ਦੇ ਬਾਰੇ ਖਾਸ ਵਚਨ ਅਤੇ ਪ੍ਰਾਰਥਨਾ, ਅੱਜ ਅਸੀਂ ਵਚਨ 'ਚੋਂ ਜਾਣਾਂਗੇ ਕਿ ਪਰਮੇਸ਼ਰ ਨੇ ਪਤੀ ਅਤੇ ਪਤਨੀ ਨੂੰ ਕੀ ਹੁਕਮ ਦਿੱਤੇ ਆ ਔਰ ਇੱਕ ਹਸਬੈਂਡ ਵਾਈਫ ਦਾ ਰਿਲੇਸ਼ਨ ਕਿੱਦਾਂ ਦਾ ਹੋਣਾ ਚਾਹੀਦਾ। ਤਾਂ ਪਰਮੇਸ਼ਰ ਨੇ, ਅਸੀਂ ਜਾਣਦੇ ਹਾਂ ਕਿ ਜਦ ਆਦਮ ਇਕੱਲਾ ਸੀ ਤਾਂ ਉਹਦੀ ਸਹਾਇਤਾ ਦੇ ਲਈ ਇੱਕ ਸਾਥਣ ਬਣਾਈ ਸੀ। ਉਹ ਕਿੱਦਾਂ ਬਣਾਈ ਸੀ ਅਸੀਂ ਸਾਰੇ ਜਾਣਦੇ ਕਿ ਆਦਮ ਦੀ ਪਸਲੀ ਕੱਢੀ ਔਰ ਉਹਦੇ ਤੋਂ ਇੱਕ ਔਰਤ ਬਣਾਈ। ਤਾਂ ਉਹਨੇ ਕੀ ਕਿਹਾ ਕਿ ਤੇਰੇ ਹੀ ਸਰੀਰ 'ਚੋਂ ਨਿਕਲਿਆ ਹੋਇਆ ਇੱਕ ਅੰਸ਼ ਆ। ਤਾਂ ਉਹਨਾਂ ਨੇ ਕੀ ਕਿਹਾ, ਨਰ ਸੀ, ਆਦਮ ਨੂੰ ਨਰ ਕਿਹਾ ਜਾਂਦਾ ਸੀ ਔਰ ਔਰਤ ਨੂੰ ਨਾਰੀ ਕਿਹਾ ਗਿਆ। ਤਾਂ ਇੱਕ ਪਤੀ ਪਤਨੀ ਦਾ ਰਿਸ਼ਤਾ ਕਿੱਦਾਂ ਦਾ ਹੋਣਾ ਚਾਹੀਦਾ ਅੱਜ ਆਪਾਂ ਸਾਰੇ ਵਚਨ 'ਚੋਂ ਪੜ੍ਹਾਂਗੇ। ਉਪਦੇਸ਼ਕ ਦੀ ਪੋਥੀ ਉਹਦੇ 4 ਨੰਬਰ ਅਧਿਆਇ ਦੀ 9 ਔਰ 10 ਨੰਬਰ ਆਇਤ ਨੂੰ, ਇੱਕ ਨਾਲੋਂ ਦੋ ਚੰਗੇ ਹਨ ਕਿਉਂ ਜੋ ਉਹਨਾਂ ਦੀ ਮਿਹਨਤ ਤੋਂ ਚੰਗਾ ਫਲ ਮਿਲਦਾ ਹੈ, ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਏ ਨੂੰ ਚੱਕਦਾ ਹੈ, ਪਰ ਹਾਏ ਉਹਦੇ ਉੱਤੇ ਜਿਹੜਾ ਇਕੱਲਾ ਡਿੱਗਦਾ ਹੈ, ਕਿਉਂ ਜੋ ਉਸ ਦੇ ਲਈ ਕੋਈ ਦੂਜਾ ਨਹੀਂ ਉਹਨੂੰ ਚੁੱਕ ਕੇ ਖੜਾ ਕਰੇ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ ਕਿ ਇੱਕ ਨਾਲੋਂ ਚੰਗੇ ਦੋ ਆ। ਜੇ ਪਰਮੇਸ਼ਰ ਨੂੰ ਇਹ ਲੱਗਦਾ ਕਿ ਆਦਮ ਇਕੱਲਾ ਰਹਿ ਸਕਦਾ ਆ ਤਾਂ ਉਹਨੂੰ ਹਵਾ ਨੂੰ ਬਣਾਉਣ ਦੀ ਜ਼ਰੂਰਤ ਨਹੀਂ ਸੀ, ਇੱਕ ਔਰਤ ਨੂੰ ਬਣਾਉਣ ਦੀ ਜ਼ਰੂਰਤ ਨਹੀਂ ਸੀ। ਵਚਨ ਵੀ ਸਾਨੂੰ ਕੀ ਕਹਿੰਦਾ ਕਿ ਇੱਕ ਨਾਲੋਂ ਚੰਗੇ ਦੋ ਆ। ਔਰ ਪਰਮੇਸ਼ਰ ਨੇ ਵੀ ਕੀ ਕਿਹਾ ਸੀ ਕਿ ਆਦਮ ਦਾ ਇਕੱਲਾ ਰਹਿਣਾ ਯੋਗ ਨਹੀਂ ਆ। ਇਸ ਲਈ ਵਚਨ ਕਹਿੰਦਾ ਕਿ ਦੋ ਭਲੇ ਆ। ਕਿ ਬਹੁਤ ਵਾਰ ਅਜਿਹਾ ਹੁੰਦਾ ਕੋਈ ਇਨਸਾਨ ਜਿਹੜਾ ਕਹਿੰਦਾ ਕਿ ਮੈਂ ਆਪਣੀ ਜ਼ਿੰਦਗੀ ਪਰਮੇਸ਼ਰ ਨੂੰ ਸਮਰਪਣ ਕਰਨੀ ਔਰ ਮੈਂ ਮੈਰਿਜ ਲਾਈਫ ਦੇ ਵਿੱਚ ਨਹੀਂ ਜਾਣਾ, ਪਰ ਇਹ ਵਚਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ। ਇਹ ਤੁਹਾਡੀ ਆਪਣੀ ਸ਼ਰਧਾ ਆ ਅਗਰ ਕੋਈ ਇਨਸਾਨ ਇਹਦਾ ਕਰਨਾ ਚਾਹ ਰਿਹਾ ਹੈ ਤਾਂ। ਪਰ ਪਰਮੇਸ਼ਰ ਕੀ ਕਹਿੰਦਾ ਕਿ ਇੱਕ ਨਾਲੋਂ ਚੰਗੇ ਦੋ ਆ। ਭਲਾ ਇਹ ਹੋਵੇ ਕਿ ਜਿੱਥੇ ਤੁਸੀਂ ਇਕੱਲਿਆਂ ਨੇ ਪਰਮੇਸ਼ਰ ਦੀ ਸੇਵਾ ਕਰਨੀ ਸੀ ਉੱਥੇ ਤੁਸੀਂ ਦੋਨੋਂ ਮਿਲ ਕੇ ਪ੍ਰਭੂ ਦੇ ਕੰਮ ਕਰੋ। ਕਹਿੰਦਾ ਕਿਉਂਕਿ ਜਦ ਦੋ ਜਣਿਆਂ ਦੀ ਮਿਹਨਤ ਹੁੰਦੀ ਤਾਂ ਉਹਦਾ ਫਲ ਬਹੁਤ ਚੰਗਾ ਹੁੰਦਾ। ਹਾਲੇਲੂਇਆ। ਪਰਮੇਸ਼ਰ ਦਾ ਵਚਨ 'ਚ ਇਹ ਵਾਅਦਾ ਵੀ ਕੀਤਾ ਹੋਇਆ ਕਿ ਜਿੱਥੇ 2 ਜਾਂ 3 ਮੇਰੇ ਨਾਮ 'ਚ ਇਕੱਠੇ ਹੁੰਦੇ ਆ, ਜਿਹੜਾ ਕੰਮ ਇਕੱਲਾ ਬੰਦਾ ਕਰਦਾ ਉਹ 2 ਜਣਿਆਂ ਤੋਂ ਕੀਤਾ ਜਾਵੇ ਤਾਂ ਉਹਦਾ ਪ੍ਰਤੀਫਲ ਜ਼ਿਆਦਾ ਵਧੀਆ। ਵਚਨ ਸਾਨੂੰ ਕਹਿੰਦਾ ਕਿ ਚੰਗਾ ਕਿ 2 ਹੋਣ, ਦੋਨੋਂ ਮਿਲ ਕੇ ਮਿਹਨਤ ਕਰਨ ਔਰ ਵਧੀਆ ਫਲ ਲੈ ਕੇ ਆਉਣ। ਕਹਿੰਦਾ ਜੇ ਕੋਈ ਇੱਕ ਡਿੱਗਦਾ ਤਾਂ ਦੂਸਰਾ ਉਹਦੇ ਨਾਲ ਸਹਾਇਕ ਹੈਗਾ, ਉਹਨੂੰ ਉਠਾ ਸਕਦਾ। ਚਾਹੇ ਉਹ ਆਤਮਿਕ ਲੈਵਲ 'ਚ ਡਿੱਗਦਾ, ਚਾਹੇ ਸੰਸਾਰਿਕ 'ਚ ਡਿੱਗਦਾ ਆ, ਚਾਹੇ ਉਹ ਆਪਣੇ ਮਨ 'ਚ ਡਿੱਗਦਾ, ਚਾਹੇ ਆਤਮਾ 'ਚ ਡਿੱਗਦਾ, ਕਿਸੇ ਵੀ ਤਰੀਕੇ ਦੁਆਰਾ ਉਹਨੂੰ ਕੋਈ ਤਕਲੀਫ ਆ ਤਾਂ ਉਹਨੂੰ ਇਹ ਤਾਂ ਹੋਊਗਾ ਕਿ ਮੇਰੇ ਕੋਲ ਇੱਕ ਸਾਥੀ ਆ, ਇੱਕ ਸਹਾਇਕ ਆ ਜਿਹੜਾ ਮੈਨੂੰ ਪ੍ਰਭੂ ਦੇ ਦੁਆਰਾ ਬਖਸ਼ਿਆ ਹੋਇਆ। ਹਸਬੈਂਡ ਵਾਈਫ ਦਾ ਰਿਲੇਸ਼ਨ ਪਰਮੇਸ਼ਰ ਦੇ ਦੁਆਰਾ ਬਲੈਸਡ ਰਿਸ਼ਤਾ ਆ, ਜਿਹਨੂੰ ਪ੍ਰਭੂ ਨੇ ਬਹੁਤ ਹੀ ਪ੍ਰੇਮ ਦੇ ਨਾਲ ਔਰ ਆਪਣੀ ਸਮਝ ਦੇ ਨਾਲ ਬਣਾਇਆ। ਔਰ ਇੱਕ ਅਜਿਹਾ ਰਿਸ਼ਤਾ ਜਿਹਨੂੰ ਪਰਮੇਸ਼ਰ ਦੇ ਦੁਆਰਾ ਮਾਨਿਅਤਾ ਮਿਲੀ। ਕਹਿੰਦੇ ਇੱਕ ਡਿੱਗਦਾ ਤਾਂ ਦੂਜਾ ਚੱਕਦਾ ਆ, ਪਰ ਇਕੱਲਾ ਰਹਿਣ ਦੇ ਨਾਲੋਂ ਚੰਗਾ ਤੁਸੀਂ 2 ਹੋ, ਦੋਨੋਂ ਮਿਲ ਕੇ ਪ੍ਰਾਰਥਨਾ ਕਰੋ, ਦੋਨੋਂ ਮਿਲ ਕੇ ਸਾਰੇ ਕੰਮ ਕਰੋ। ਉਹਦੇ ਤੋਂ ਪਰਮੇਸ਼ਰ ਵੀ ਪ੍ਰਸੰਨ ਹੋਵੇਗਾ ਔਰ ਤੁਹਾਡੀ ਮਿਹਨਤ ਦਾ ਡਬਲ ਪ੍ਰਤੀਫਲ ਤੁਹਾਨੂੰ ਮਿਲੇਗਾ। ਹਾਲੇਲੂਇਆ। ਨੈਕਸਟ ਆਪਾਂ ਵਚਨ 'ਚ ਦੇਖਾਂਗੇ ਮਤੀ 19 ਉਹਦੀ 6 ਨੰਬਰ ਆਇਤ ਨੂੰ, ਇਸ ਲਈ ਹੁਣ ਉਹ 2 ਨਹੀਂ ਪਰ ਇੱਕ ਸਰੀਰ ਹਨ। ਇਸ ਲਈ ਜਿਨ੍ਹਾਂ ਨੂੰ ਪਰਮੇਸ਼ਰ ਨੇ ਜੋੜਿਆ ਹੈ ਮਨੁੱਖ ਉਸ ਨੂੰ ਵੱਖ ਨਾ ਕਰੇ। ਹਾਲੇਲੂਇਆ।
ਬਹੁਤ ਸਾਰੀ ਫੈਮਲੀਜ਼ ਦੇ ਵਿੱਚ ਅਸੀਂ ਡਿਵੋਰਸ ਕੇਸਿਸ ਬਾਰੇ ਸੁਣਦੇ ਹਾਂ। ਹਸਬੈਂਡ ਵਾਈਫ ਦੇ ਵਿੱਚ ਇਹ ਗੱਲਾਂ ਸੁਣੀਆਂ ਜਾਂਦੀਆਂ ਕਿ ਸਾਡੇ ਵਿੱਚ ਆਪਸੀ ਅਣਬਣ ਰਹਿੰਦੀ, ਜਿਹਦੇ ਕਰਕੇ ਡਿਵੋਰਸ ਹੁੰਦਾ। ਪਰਮੇਸ਼ਰ ਕਹਿੰਦਾ ਯਹੋਵਾ ਇਸਤਰੀ ਤਿਆਗ ਤੋਂ ਘਿਣ ਕਰਦਾ ਆ। ਜਦ ਇੱਕ ਹਸਬੈਂਡ ਵਾਈਫ ਮੈਰਿਜ ਦੇ ਰਿਲੇਸ਼ਨ ਦੇ ਵਿੱਚ ਬਾਉਂਡ ਹੁੰਦੇ ਆ ਤਾਂ ਉਹਨਾਂ ਨੂੰ ਕੋਈ ਅਲੱਗ ਨਾ ਕਰੇ। ਵਚਨ ਵੀ ਦੱਸਦਾ, ਕਹਿੰਦਾ ਜਦ ਉਹ ਵਿਆਹ ਕਰਾਉਂਦੇ ਆ ਤਾਂ ਕੀ ਹੁੰਦਾ, ਉਹ ਹੁਣ ਦੋ ਨਹੀਂ ਹੁੰਦੇ, ਉਹ ਇੱਕ ਹੋ ਜਾਂਦੇ ਆ। ਪਹਿਲੀ ਗੱਲ, ਪਰਮੇਸ਼ਰ ਨੇ ਉਹਨੂੰ ਇੱਕੋ ਸਰੀਰ ਤੋਂ ਬਣਾਇਆ, ਉਹ ਸ਼ੁਰੂ ਤੋਂ ਹੀ ਇੱਕ ਸਰੀਰ ਆ। ਪਰ ਜਦੋਂ ਮੈਰਿਜ ਕਰਦੇ ਤਾਂ ਵਚਨ ਸਾਨੂੰ ਦੱਸਦਾ ਕਿ ਉਹ ਹੁਣ ਦੋ ਨਹੀਂ ਪਰ ਇੱਕ ਸਰੀਰ ਹੈ। ਇਸ ਲਈ ਜਿਨ੍ਹਾਂ ਨੂੰ ਪਰਮੇਸ਼ਰ ਨੇ ਜੋੜਿਆ ਉਹਨਾਂ ਨੂੰ ਇਨਸਾਨ ਵੱਖ ਨਾ ਕਰੇ। ਹਾਲੇਲੂਇਆ। ਕੋਈ ਇਨਸਾਨ ਕਿਸੇ ਨੂੰ ਵੱਖ ਨਾ ਕਰੇ, ਕਿਉਂਕਿ ਇਹ ਰਿਸ਼ਤਾ ਬਹੁਤ ਅਨਮੋਲ ਆ। ਔਰ ਯਹੋਵਾ ਵੀ ਇਸਤਰੀ ਤਿਆਗ ਤੋਂ ਘਿਣ ਕਰਦਾ ਆ। ਇਸ ਦੀ ਵਚਨ ਦੇ ਦੁਆਰਾ ਪਰਮੇਸ਼ਰ ਕੀ ਕਹਿੰਦਾ ਕਿ ਜਿਨ੍ਹਾਂ ਨੂੰ ਪਰਮੇਸ਼ਰ ਨੇ ਜੋੜਿਆ ਉਹਨੂੰ ਕੋਈ ਵੱਖ ਨਾ ਕਰੇ। ਕੋਈ ਵੀ ਹਸਬੈਂਡ ਵਾਈਫ ਆ, ਉਹਨਾਂ ਨੂੰ ਇਹ ਹੱਕ ਨਹੀਂ ਹੈਗਾ ਕਿ ਉਹ ਆਪਣੇ ਆਪ ਨੂੰ ਅਲੱਗ-ਅਲੱਗ ਕਰਨ, ਕਿਉਂਕਿ ਉਹਨਾਂ ਨੂੰ ਪਰਮੇਸ਼ਰ ਨੇ ਜੋੜਿਆ ਆ। ਪਰ ਹੁਣ ਅਸੀਂ ਜਾਣਾਂਗੇ ਕਿ ਇੱਕ ਔਰਤ ਕਿੱਦਾਂ ਦੀ ਹੋਣੀ ਚਾਹੀਦੀ ਆ। ਉਹ ਜਾਣਨ ਦੇ ਲਈ ਆਪਾਂ ਵਚਨ 'ਚੋਂ ਪੜ੍ਹਾਂਗੇ। ਤੀਤੁਸ ਉਹਦੇ 2 ਨੰਬਰ ਅਧਿਆਇ ਦੀ 5 ਨੰਬਰ ਆਇਤ ਨੂੰ। ਪਤਨੀਆਂ ਸਮਝਦਾਰ, ਪਵਿੱਤਰ, ਘਰ ਨੂੰ ਸੰਭਾਲਣ ਵਾਲੀਆਂ, ਨੇਕ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ, ਤਾਂ ਜੋ ਪਰਮੇਸ਼ਰ ਦੇ ਵਚਨ ਦੀ ਨਿੰਦਿਆ ਨਾ ਹੋਵੇ। ਹਾਲੇਲੂਇਆ। ਪ੍ਰਭੂ ਨੇ ਪਤਨੀਆਂ ਨੂੰ ਹੁਕਮ ਦਿੱਤਾ ਕਿ ਪਤਨੀਆਂ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ, ਸਮਝਦਾਰ ਅਤੇ ਪਵਿੱਤਰ। ਸਮਝਦਾਰ ਮਤਲਬ ਬਹੁਤ ਵਾਰ ਹੁੰਦੀਆਂ ਜੋ ਇੱਧਰ ਉੱਧਰ ਦੀਆਂ ਗੱਲਾਂ ਸੁਣ ਕੇ ਆਪਣੇ ਪਤੀ ਨਾਲ ਝਗੜਾ ਸ਼ੁਰੂ ਕਰ ਦਿੰਦੀਆਂ, ਕਿ ਵਾਫੜ ਦੀਆਂ ਗੱਲਾਂ ਸੁਣਨ ਵੱਲ ਧਿਆਨ ਨਾ ਲਗਾਓ। ਸਮਝਦਾਰੀ ਨਾਲ ਆਪਣੇ ਪਰਿਵਾਰ ਦਾ, ਆਪਣੀ ਜ਼ਿੰਦਗੀ ਦਾ ਫੈਸਲਾ ਲਓ, ਕਿਉਂਕਿ ਤੁਹਾਡੇ ਰਿਸ਼ਤੇ ਬਾਰੇ ਤੁਹਾਡੇ ਨਾਲੋਂ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਹੋਰ ਕੋਈ ਨਹੀਂ ਜਾਣਦਾ। ਇਸ ਲਈ ਕਦੇ ਇਹ ਨਾ ਸੋਚੋ ਕਿ ਮੈਂ ਆਪਣੀਆਂ ਪ੍ਰੋਬਲਮਸ ਕਿਸੇ ਨੂੰ ਦੱਸੂੰਗੀ ਔਰ ਕੋਈ ਮੇਰੇ ਲਈ ਸਾਡੇ ਰਿਸ਼ਤੇ ਦਾ ਫੈਸਲਾ ਕਰੇਗਾ। ਤੁਹਾਡੇ ਦੋਨਾਂ ਦੇ ਵਿੱਚ ਤੀਸਰਾ ਕੋਈ ਨਹੀਂ ਹੁੰਦਾ ਕਿ ਉਹ ਤੁਹਾਡੇ ਲਈ ਫੈਸਲਾ ਕਰੇ। ਇਸ ਲਈ ਹਰ ਇੱਕ ਕੰਮ ਸਮਝਦਾਰੀ ਦੇ ਨਾਲ ਕਰੋ। ਪਵਿੱਤਰ ਔਰ ਘਰ ਨੂੰ ਸੰਭਾਲਣ ਵਾਲੀ। ਪਵਿੱਤਰ ਮਤਲਬ ਪਰਮੇਸ਼ਰ ਕਹਿੰਦਾ ਕਿ ਤੁਸੀਂ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਮਰਦ ਦਾ ਲਾਲਚ ਨਹੀਂ ਰੱਖਣਾ। ਪਰਾਏ ਮਰਦ ਦੀ ਇੱਛਾ ਰੱਖਣਾ ਪ੍ਰਭੂ ਦੀ ਨਿਗਾਹ ਦੇ ਵਿੱਚ ਪਾਪ ਆ। ਔਰ ਤੁਹਾਡੀ ਪਵਿੱਤਰਤਾ, ਤੁਹਾਡੇ ਪਤੀ ਦੀ ਪਵਿੱਤਰਤਾ ਪਰਮੇਸ਼ਰ ਨੂੰ ਪਸੰਦ ਆਵੇਗੀ ਤਾਂ ਤੁਹਾਡਾ ਰਿਸ਼ਤਾ ਹੱਦੋਂ ਵੱਧ ਫਤਿਹਮੰਦ ਹੋਵੇਗਾ। ਔਰ ਵਚਨ ਕਹਿੰਦਾ ਘਰ ਨੂੰ ਸੰਭਾਲਣ ਵਾਲੀਆਂ, ਕਿਉਂਕਿ ਅਸੀਂ ਸਾਰੇ ਸੰਸਾਰ 'ਚ ਜਾਣਦੇ ਹਾਂ ਕਿ ਇੱਕ ਕਹਾਵਤ ਬੋਲੀ ਜਾਂਦੀ ਕਿ ਇੱਕ ਔਰਤ ਘਰ ਨੂੰ ਜੋੜ ਕੇ ਅਤੇ ਸੰਭਾਲ ਕੇ ਰੱਖਦੀ ਆ, ਪਰ ਇੱਕ ਔਰਤ ਜਦ ਘਰ ਖਿਲਾਰਨ ਤੇ ਆ ਜਾਵੇ ਤਾਂ ਪੂਰਾ ਘਰ ਤਹਿਸ ਨਹਿਸ ਹੋ ਜਾਂਦਾ। ਇਸ ਲਈ ਇੱਕ ਔਰਤ ਨੂੰ ਸਮਝਦਾਰ ਅਤੇ ਘਰ ਸੰਭਾਲਣ ਵਾਲੀ ਹੋਣਾ ਚਾਹੀਦਾ। ਔਰ ਵਚਨ ਸਾਨੂੰ ਕੀ ਕਹਿੰਦਾ, ਨੇਕ ਅਤੇ ਆਪਣੇ ਪਤੀਆਂ ਦੇ ਅਧੀਨ। ਨੇਕ ਮਤਲਬ ਕਿ ਆਪਣੇ ਮਨ ਦੀ ਕੋਮਲਤਾ ਅਧੀਨਗੀ ਦੇ ਦੁਆਰਾ, ਔਰ ਅਧੀਨ ਕਿਹਦੇ, ਆਪਣੇ ਪਤੀ ਦੇ ਅਧੀਨ ਹੋਣਾ। ਵਚਨ ਸਾਨੂੰ ਦੱਸਦਾ ਜਿੱਦਾਂ ਕਲੀਸਿਆ ਮਸੀਹ ਦੇ ਅਧੀਨ ਆ, ਉਹਦਾ ਪਤਨੀਆਂ ਆਪਣੇ ਪਤੀਆਂ ਦੇ ਅਧੀਨ ਹੋਣ। ਮਸੀਹ ਕਲੀਸਿਆ ਦਾ ਸਿਰ ਆ ਔਰ ਪਤੀ ਪਤਨੀਆਂ ਦਾ ਸਿਰ ਆ। ਇਸ ਲਈ ਪਤਨੀਆਂ ਨੂੰ ਚਾਹੀਦਾ ਕਿ ਆਪਣੇ ਪਤੀਆਂ ਦੇ ਅਧੀਨ ਹੋਣ, ਕਿਉਂਕਿ ਪਰਮੇਸ਼ਰ ਦੀ ਇਹੋ ਮਰਜ਼ੀ ਆ। ਕਹਿੰਦਾ ਜਦ ਔਰਤਾਂ ਆਪਣੇ ਪਤੀਆਂ ਦੇ ਅਧੀਨ ਹੋਣਗੀਆਂ, ਪਵਿੱਤਰ ਅਤੇ ਸਮਝਦਾਰ, ਨੇਕ ਅਤੇ ਘਰ ਸੰਭਾਲਣ ਵਾਲੀਆਂ ਹੋਣਗੀਆਂ, ਤਾਂ ਜਦ ਉਹ ਅਜਿਹੀਆਂ ਹੋਣਗੀਆਂ ਤਾਂ ਪਰਮੇਸ਼ਰ ਦੇ ਵਚਨ ਦੀ ਨਿੰਦਿਆ ਨਾ ਹੋਵੇਗੀ। ਪ੍ਰਭੂ ਨੇ ਜੋ ਵਚਨ ਦਿੱਤਾ, ਜੋ ਹੁਕਮ ਦਿੱਤਾ, ਉਹ ਇਸ ਲਈ ਦਿੱਤਾ ਕਿ ਅਸੀਂ ਉਹਨਾਂ ਨੂੰ ਫੋਲੋ ਕਰੀਏ। ਪਰ ਜੇ ਅਸੀਂ ਉਹਨਾਂ ਨੂੰ ਫੋਲੋ ਨਾ ਕਰਾਂਗੇ ਤਾਂ ਵਚਨ ਦੀ ਨਿੰਦਿਆ ਹੋਵੇਗੀ। ਔਰ ਦੂਸਰੇ ਨੰਬਰ ਦੇ ਵਿੱਚ ਇਹ ਇੱਕ ਤਰ੍ਹਾਂ ਦੀ ਅਣਆਗਿਆਕਾਰੀ ਹੋਵੇਗੀ। ਜਿੱਦਾਂ ਹਵਾ ਨੇ ਅਣਆਗਿਆਕਾਰੀ ਕੀਤੀ, ਉਸੇ ਤਰ੍ਹਾਂ ਅੱਜ ਦੀ ਹਵਾ ਵੀ ਅਣਆਗਿਆਕਾਰੀ ਕਰੇਗੀ। ਤਾਂ ਜਿੱਦਾਂ ਉਸ ਹਵਾ ਨੇ ਅਣਆਗਿਆਕਾਰੀ ਦੀ ਸਜ਼ਾ ਪਾਈ, ਤਾਂ ਫਿਰ ਅੱਜ ਦੀ ਹਵਾ ਨੂੰ ਵੀ ਅਣਆਗਿਆਕਾਰੀ ਦੀ ਸਜ਼ਾ ਮਿਲੇਗੀ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕਿਸੇ ਤਰ੍ਹਾਂ ਦੀ ਅਣਆਗਿਆਕਾਰੀ ਦੀ ਸਜ਼ਾ ਨਾ ਮਿਲੇ, ਤਾਂ ਪ੍ਰਭੂ ਦਾ ਵਚਨ ਇਹ ਵੀ ਆ, ਪ੍ਰਭੂ ਦੀ ਆਗਿਆ ਇਹ ਵੀ ਆ ਕਿ ਆਪਣੇ ਪਤੀਆਂ ਦੇ ਅਧੀਨ ਰਹੋ, ਪਵਿੱਤਰ, ਸਮਝਦਾਰ ਅਤੇ ਘਰ ਨੂੰ ਸੰਭਾਲਣ ਵਾਲੇ ਹੋ। ਤਾਂ ਜੇ ਅਸੀਂ ਅਜਿਹਾ ਕਰਾਂਗੇ ਤਾਂ ਅਸੀਂ ਆਗਿਆਕਾਰੀ ਕਰਾਂਗੇ ਤੇ ਪਰਮੇਸ਼ਰ ਦੇ ਵਚਨ ਦੀ ਨਿੰਦਿਆ ਨਾ ਹੋਵੇਗੀ। ਪਰ ਜੇ ਅਸੀਂ ਅਜਿਹਾ ਨਾ ਕਰਾਂਗੇ ਤਾਂ ਅਸੀਂ ਵੀ ਹਵਾ ਦੀ ਤਰ੍ਹਾਂ ਅਣਆਗਿਆਕਾਰ ਅਤੇ ਸਜ਼ਾ ਦੇ ਯੋਗ ਹੋਵਾਂਗੇ, ਕਿਉਂਕਿ ਅਸੀਂ ਪ੍ਰਭੂ ਦੇ ਵਚਨ ਦੀ ਨਿੰਦਿਆ ਕੀਤੀ ਆ। ਤਾਂ ਹੁਣ ਅਸੀਂ ਜਾਣਾਂਗੇ ਕਿ ਪਰਮੇਸ਼ਰ ਪਤੀਆਂ ਨੂੰ ਕੀ ਹੁਕਮ ਦਿੰਦੇ ਆ। ਪਤੀਆਂ ਨੂੰ ਪਰਮੇਸ਼ਰ ਨੇ ਕੀ ਕਿਹਾ, ਇਹ ਤਾਂ ਪਤਨੀਆਂ ਦਾ ਹੁਕਮ ਸੀ। ਹੁਣ ਪਤੀਆਂ ਨੂੰ ਪਰਮੇਸ਼ਰ ਕੀ ਕਹਿੰਦੇ ਉਹ ਜਾਣਨ ਲਈ ਅਸੀਂ ਵਚਨ ਜੋ ਪੜਾਂਗੇ। ਅਫਸੀਆ 5:25 ਨੰਬਰ ਆਇਤ ਨੂੰ। ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਰੱਖੋ, ਜਿਵੇਂ ਮਸੀਹ ਨੇ ਵੀ ਕਲੀਸਿਆ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ। ਹਾਲੇਲੂਇਆ। ਹੁਣ ਅਸੀਂ ਵਚਨ ਦੇ ਵਿੱਚ ਕਿਹਾ ਸੀ ਕਿ ਔਰਤਾਂ ਨੂੰ ਪਤੀਆਂ ਦੇ ਨਾਲ ਪਿਆਰ ਕਿਉਂ ਰੱਖਣਾ ਚਾਹੀਦਾ, ਕਿਉਂਕਿ ਮਸੀਹ ਕਲੀਸਿਆ ਦਾ ਸਿਰ ਸੀ ਔਰ ਪਤੀ ਔਰਤਾਂ ਦਾ ਸਿਰ ਆ। ਮਤਲਬ ਔਰਤਾਂ ਦੀ ਨਿਗਾਹ ਦੇ ਵਿੱਚ ਮਸੀਹ ਦੀ ਵੈਲਿਊ ਹੋ ਗਈ ਉਹਦੇ ਪਤੀ ਦੇ ਬਰਾਬਰ। ਪਰ
ਹੁਣ ਵਚਨ ਸਾਨੂੰ ਕੀ ਕਹਿੰਦਾ ਕਿ ਜੇ ਪਤੀ ਨੇ ਇਹ ਸੋਚਿਆ ਕਿ ਜਿੱਦਾਂ ਮਸੀਹ ਕਲੀਸਿਆ ਦਾ ਸਿਰ ਸੀ ਤਾਂ ਮੈਂ ਪਤਨੀ ਦਾ ਸਿਰ ਹਾਂ ਤਾਂ ਪਤਨੀ ਮੇਰੇ ਅਧੀਨ ਰਵੇ, ਤਾਂ ਜਿੱਦਾਂ ਮਸੀਹ ਨੇ ਕਲੀਸਿਆ ਨੂੰ ਪਿਆਰ ਕੀਤਾ ਹੁਣ ਪਤੀ ਨੂੰ ਵੀ ਚਾਹੀਦਾ ਕਿ ਉਹ ਆਪਣੀ ਪਤਨੀ ਨੂੰ ਵੀ ਪਿਆਰ ਕਰੇ। ਅਜਿਹਾ ਪ੍ਰੇਮ ਜਿਹੜਾ ਮਸੀਹ ਨੇ ਕੀਤਾ ਸੀ। ਹੁਣ ਜੇ ਤੁਸੀਂ ਮਸੀਹ ਦੇ ਯੋਗ ਆਦਰ ਚਾਹੁੰਦੇ ਆ ਤਾਂ ਤੁਹਾਨੂੰ ਮਸੀਹ ਵਾਲੇ ਕੰਮ ਵੀ ਤਾਂ ਕਰਨੇ ਪੈਣਗੇ। ਕੀ ਸਾਰੇ ਹੁਕਮ ਪਤਨੀਆਂ ਲਈ ਆ? ਪਰਮੇਸ਼ਰ ਨੇ ਪਤੀਆਂ ਨੂੰ ਹੁਕਮ ਕੀ ਦਿੱਤਾ ਕਿ ਆਪਣੀ ਪਤਨੀਆਂ ਦੇ ਨਾਲ ਪਿਆਰ ਰੱਖੋ, ਕਿਉਂਕਿ ਤੁਸੀਂ ਔਰਤਾਂ ਦੇ ਸਿਰ ਆ ਜਿੱਦਾਂ ਮਸੀਹ ਕਲੀਸਿਆ ਦਾ ਸਿਰ ਸੀ। ਤਾਂ ਜੇ ਮਸੀਹ ਨੇ ਕਲੀਸਿਆ ਨੂੰ ਪਿਆਰ ਕੀਤਾ ਤਾਂ ਤੁਸੀਂ ਵੀ ਆਪਣੀਆਂ ਪਤਨੀਆਂ ਨੂੰ ਪਿਆਰ ਕਰੋ। ਪਰ ਪਿਆਰ ਤੁਹਾਡਾ ਕਿੱਦਾਂ ਦਾ ਹੋਣਾ ਚਾਹੀਦਾ? ਮਸੀਹ ਨੇ ਕਲੀਸਿਆ ਦੇ ਲਈ ਆਪਣੀ ਜਾਨ ਦਿੱਤੀ, ਤਾਂ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਪਣੀ ਪਤਨੀ ਦੇ ਲਈ ਜਾਨ ਦੇਣੀ ਆ। ਇਸ ਵਚਨ ਦਾ ਭਾਵ ਇਹ ਹੈ ਕਿ ਜਿੱਦਾਂ ਮਸੀਹ ਨੇ ਕਲੀਸਿਆ ਲਈ ਜਾਨ ਦਿੱਤੀ ਉਸ ਤਰ੍ਹਾਂ ਤੁਸੀਂ ਵੀ ਆਪਣੀ ਜਾਨ ਦੇ ਰਹਿੰਦਿਆਂ ਆਪਣੇ ਆਖਰੀ ਸਾਹ ਤੱਕ ਆਪਣੀਆਂ ਪਤਨੀਆਂ ਦੇ ਨਾਲ ਵਫਾਦਾਰੀ ਦੇ ਨਾਲ ਪ੍ਰੇਮ ਕਰੋ। ਤੁਹਾਡੇ ਮਨ ਦੇ ਵਿੱਚ ਵੀ ਪਰਾਈ ਔਰਤ ਦਾ ਖਿਆਲ ਨਾ ਹੋਵੇ। ਤੁਸੀਂ ਵੀ ਪਵਿੱਤਰਤਾਈ ਅਤੇ ਨੇਕਨਾਮੀ 'ਚ ਚੱਲੋ। ਤੁਹਾਡੇ ਮਨ 'ਚ ਵੀ ਤੁਹਾਡੀ ਪਤਨੀ ਨੂੰ ਲੈ ਕੇ ਆਦਰ ਹੋਵੇ ਔਰ ਤੁਹਾਡੇ ਮਨ ਦੇ ਵਿੱਚ ਇੱਕ ਸੱਚਾ ਤੇ ਗੂੜਾ ਪਿਆਰ ਹੋਵੇ ਜਿਹੜਾ ਤੁਹਾਨੂੰ ਤੁਹਾਡੀ ਪਤਨੀ ਦੇ ਨਾਲ ਤੁਹਾਡੇ ਆਖਰੀ ਸਾਹ ਤੱਕ ਜੋੜੀ ਰੱਖੇ। ਹਾਲੇਲੂਇਆ। ਜਦ ਇੱਕ ਪਤਨੀ ਵਫਾਦਾਰੀ, ਅਧੀਨਗੀ ਅਤੇ ਪਵਿੱਤਰਤਾਈ ਦੇ ਨਾਲ ਤੁਹਾਡੇ ਨਾਲ ਆ ਤਾਂ ਤੁਹਾਨੂੰ ਵੀ ਚਾਹੀਦਾ ਕਿ ਬਦਲੇ ਵਿੱਚ ਉਹਨੂੰ ਗੂੜਾ ਅਤੇ ਸੱਚਾ ਪਵਿੱਤਰਤਾਈ ਵਾਲਾ ਨੇਕਨਾਮੀ ਵਾਲਾ ਪ੍ਰੇਮ ਦਿਓ ਜਿੱਦਾਂ ਮਸੀਹ ਨੇ ਕਲੀਸਿਆ ਨਾਲ ਕੀਤਾ। ਭਾਵੇਂ ਕਲੀਸਿਆ ਨੇ ਮਸੀਹ ਦੇ ਵਿਰੁੱਧ ਖੜੇ ਹੋ ਕੇ ਉਹਨੂੰ ਸਲੀਬ ਤੱਕ ਲੈ ਗਏ ਪਰ ਫਿਰ ਵੀ ਮਸੀਹ ਨੇ ਕਲੀਸਿਆ ਨਾਲ ਪ੍ਰੇਮ ਕੀਤਾ। ਇਸ ਲਈ ਤੁਸੀਂ ਵੀ ਆਪਣੇ ਆਖਰੀ ਸਾਹ ਤੱਕ ਆਪਣੀਆਂ ਪਤਨੀਆਂ ਦੇ ਨਾਲ ਅਜਿਹਾ ਹੀ ਸੱਚਾ ਅਤੇ ਗੂੜਾ ਪ੍ਰੇਮ ਰੱਖਣਾ ਹੈ। ਹਾਲੇਲੂਇਆ। ਹੁਣ ਆਖਰੀ ਸ਼ਬਦਾਂ ਦੇ ਵਿੱਚ ਪਰਮੇਸ਼ਰ ਸਾਨੂੰ ਕੀ ਕਹਿਣਾ ਚਾਹੁੰਦੇ ਆ? ਪੜਾਂਗੇ ਆਪਾਂ ਵਚਨ ਚੋਂ ਪਹਿਲਾ ਪਤਰਸ ਉਹਦੇ 4 ਨੰਬਰ ਅਧਿਆਇ ਦੀ 8 ਨੰਬਰ ਆਇਤ ਨੂੰ। ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਗੂੜਾ ਪਿਆਰ ਰੱਖੋ, ਕਿਉਂ ਜੋ ਪਿਆਰ ਬਹੁਤੇ ਪਾਪਾਂ ਨੂੰ ਢੱਕ ਲੈਂਦਾ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਕਿ ਇੱਕ ਦੂਜੇ ਨਾਲ ਮਿਲੇ ਰਹੋ ਤੇ ਗੂੜਾ ਪਿਆਰ ਰੱਖੋ, ਕਿਉਂਕਿ ਪਿਆਰ ਬਹੁਤਿਆਂ ਪਾਪਾਂ ਨੂੰ ਢੱਕ ਲੈਂਦਾ ਆ। ਸਾਡੀ ਜ਼ਿੰਦਗੀ 'ਚ ਜਾਣੇ ਅਣਜਾਣੇ ਵਿੱਚ ਅਨੇਕਾਂ ਹੀ ਪਾਪ ਹੋ ਜਾਂਦੇ, ਪਰ ਜਦ ਅਸੀਂ ਇੱਕ ਦੂਜੇ ਨਾਲ ਪਿਆਰ ਰੱਖਾਂਗੇ ਉਹ ਪਿਆਰ ਦੇ ਦੁਆਰਾ ਅਸੀਂ ਨਾਲੇ ਤਾਂ ਵਚਨ ਦੀ ਆਗਿਆਕਾਰੀ ਕਰਾਂਗੇ, ਨਾਲੇ ਉਸ ਰਿਸ਼ਤੇ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਬਾਈਂਡ ਹੋਵਾਂਗੇ, ਨਾਲੇ ਅਸੀਂ ਇੱਕ ਦੂਜੇ ਨੂੰ ਖੁਸ਼ ਕਰਾਂਗੇ। ਔਰ ਜਦ ਅਸੀਂ ਖੁਸ਼ੀ ਦੇ ਵਿੱਚ, ਆਨੰਦ ਦੇ ਵਿੱਚ ਆਪਣੇ ਪਰਿਵਾਰ 'ਚ ਰਵਾਂਗੇ ਤਾਂ ਪੂਰਾ ਪਰਿਵਾਰ ਖੁਸ਼ ਹੋਵੇਗਾ। ਔਰ ਜਦੋਂ ਅਸੀਂ ਦੋਨੋਂ ਹਸਬੈਂਡ ਵਾਈਫ ਮਿਲ ਕੇ ਪ੍ਰਭੂ ਦੇ ਵਿੱਚ ਮਿਹਨਤ ਕਰਾਂਗੇ, ਪ੍ਰਾਰਥਨਾ ਕਰਾਂਗੇ ਤਾਂ ਉਸ ਮਿਹਨਤ ਦਾ ਜਦ ਸਾਨੂੰ ਪ੍ਰਤੀਫਲ ਮਿਲੇਗਾ ਸੱਚਮੁੱਚ ਸਾਡੇ ਪੂਰੇ ਘਰਾਣੇ ਤੱਕ ਬਦਲ ਜਾਣਗੇ। ਹਾਲੇਲੂਇਆ। ਤਾਂ ਹਸਬੈਂਡ ਵਾਈਫ ਦੇ ਲਈ ਸਭ ਤੋਂ ਵੱਧ ਅਤੇ ਉੱਤਮ ਗੱਲ ਕੀ ਕਿ ਇੱਕ ਦੂਜੇ ਨਾਲ ਗੂੜਾ ਪਿਆਰ ਰੱਖੋ। ਇੱਕ ਦੂਜੇ ਨੂੰ ਤਿਆਗ ਦਾ ਕਦੇ ਵੀ ਨਾ ਸੋਚੋ, ਕਿਉਂਕਿ ਤੁਹਾਨੂੰ ਪਰਮੇਸ਼ਰ ਨੇ ਜੋੜਿਆ, ਤੁਸੀਂ ਅਲੱਗ ਨਹੀਂ ਹੋ ਸਕਦੇ। ਤਾਂ ਅੱਜ ਆਪਾਂ ਸਾਰੇ ਮਿਲ ਕੇ ਹਰ ਇੱਕ ਹਸਬੈਂਡ ਵਾਈਫ ਨੂੰ ਖੁਦਾਵੰਦ ਦੇ ਹੱਥਾਂ ਵਿੱਚ ਸੌਂਪਾਂਗੇ ਔਰ ਉਹਨਾਂ ਦੇ ਰਿਸ਼ਤੇ ਦੀ ਸਲਾਮਤੀ ਦੇ ਲਈ ਔਰ ਆਤਮਿਕ ਬਰਕਤ ਦੇ ਲਈ ਖੁਦਾਵੰਦ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਹਾਂ ਮਹਾਨ ਪਿਤਾ ਪਰਮੇਸ਼ਰ। ਸ਼ੁਕਰ ਕਰਦੇ ਮੇਰੇ ਪਿਤਾ ਪਰਮੇਸ਼ਰ ਅੱਜ ਇਸ ਦਿਨ ਦੇ ਲਈ ਖੁਦਾਵੰਦ, ਔਰ ਤੁਹਾਡੀ ਤਾਰੀਫ ਕਰਦੇ ਹਾਂ ਮਹਾਨ ਪਿਤਾ ਪਰਮੇਸ਼ਰ, ਕਿਉਂਕਿ ਸੱਚਮੁੱਚ ਤੁਸੀਂ ਮਹਿਮਾ ਅਤੇ ਤਾਰੀਫ ਦੇ ਯੋਗ ਪਰਮੇਸ਼ਰ ਹੋ ਮੇਰੇ ਪਿਤਾ। ਤੁਸੀਂ ਹਰ ਦਿਨ, ਹਰ ਪਲ, ਹਰ ਘੜੀ ਤੁਸੀਂ ਸਾਨੂੰ ਸੰਭਾਲ ਕੇ ਰੱਖਦੇ ਹੋ ਮੇਰੇ ਪਿਤਾ ਪਰਮੇਸ਼ਰ। ਤੁਹਾਡੀ ਆਤਮਾ ਦੀ ਅਗਵਾਈ ਮੇਰੇ ਪਿਤਾ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ ਪਿਤਾ ਪਰਮੇਸ਼ਰ। ਤੁਹਾਡੇ ਸਵਰਗ ਦੂਤ ਸਾਡੇ ਘਰ ਅਤੇ ਪਰਿਵਾਰ ਦੀ ਰੱਖਿਆ ਅਤੇ ਹਿਫਾਜ਼ਤ ਕਰਦੇ ਆ। ਸੱਚਮੁੱਚ ਪਿਤਾ ਤੁਸੀਂ ਪਵਿੱਤਰ ਆਤਮਾ ਨੂੰ ਇੱਕ ਸੱਚੇ ਸਹਾਇਕ ਦੇ ਰੂਪ ਦੇ ਵਿੱਚ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਭੇਜਿਆ, ਜਿਹਨੇ ਹਰ ਪਲ ਅਤੇ ਹਰ ਘੜੀ ਸਾਡੇ ਘਰ ਪਰਿਵਾਰ ਦੀ ਰੱਖਿਆ ਕੀਤੀ, ਸਾਡੀਆਂ ਬੇਜਾਨ ਅਤੇ ਸੁੱਕੀਆਂ ਜ਼ਿੰਦਗੀਆਂ ਨੂੰ ਫਿਰ ਤੋਂ ਹਰਿਆ ਭਰਿਆ ਕੀਤਾ। ਮਹਾਨ ਪਿਤਾ ਤੁਹਾਡੇ ਆਤਮਾ ਦੀ ਇਸ ਵਰਖਾ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਅਸੀਂ ਪਾਪੀ ਅਤੇ ਗੁਨਹਗਾਰ ਹਾਂ ਮਹਾਨ ਪਰਮੇਸ਼ਰ, ਪਰ ਫਿਰ ਵੀ ਤੁਸੀਂ ਹਰ ਦਿਨ ਇੱਕ ਨਵਾਂ ਮੌਕਾ ਦੇ ਕੇ ਸਾਨੂੰ ਬਲੈਸ ਕਰਦੇ ਹੋ ਪ੍ਰਭੂ ਜੀ। ਇੱਕ ਨਵੇਂ ਦਿਨ ਦੇ ਨਾਲ ਤੁਸੀਂ ਸਾਨੂੰ ਹਰ ਵਾਰ ਇੱਕ ਨਵਾਂ ਮੌਕਾ ਦਿੰਦੇ ਕਿ ਅਸੀਂ ਆਪਣੇ ਪਾਪਾਂ ਤੋਂ ਤੌਬਾ ਕਰੀਏ ਔਰ ਤੁਹਾਡੇ ਰਾਜ ਵੱਲ ਵੱਧਦੇ ਜਾਈਏ। ਪਰ ਫਿਰ ਵੀ ਅਸੀਂ ਆਪਣੇ ਸੰਸਾਰਿਕ ਕੰਮਾਂ ਦੇ ਵਿੱਚ ਇੰਨੇ ਵਿਅਸਤ ਹੋ ਜਾਂਦੇ ਪਿਤਾ ਪਰਮੇਸ਼ਰ ਹੈ ਕਿ ਅਸੀਂ ਤੁਹਾਡੇ ਨਾਮ ਤੋਂ ਦੂਰ ਹੁੰਦੇ ਜਾਂਦੇ ਹਾਂ। ਪਿਤਾ ਪਰਮੇਸ਼ਰ ਸਾਡੀ ਮਦਦ ਕਰੋ, ਸਹਾਇਤਾ ਕਰੋ ਖੁਦਾਵੰਦ, ਕਿ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਬਣੇ ਰਹੀਏ ਅਤੇ ਅਣਆਗਿਆਕਾਰੀ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੈਂਸਲ ਕਰ ਦਈਏ ਪਰਮੇਸ਼ਰ ਪਿਤਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜ਼ਿਆਦਾਤਰ ਪ੍ਰੋਬਲਮਸ ਸਾਡੀ ਜ਼ਿੰਦਗੀ ਦੇ ਵਿੱਚ ਅਣਆਗਿਆਕਾਰੀ ਕਰਕੇ ਆ। ਪਰਮੇਸ਼ਰ ਸਾਡੀ ਮਦਦ ਕਰੋ ਕਿ ਅਸੀਂ ਆਗਿਆਕਾਰੀ ਦੇ ਵਿੱਚ ਬਣੇ ਰਹੀਏ। ਔਰ ਪਰਮੇਸ਼ਰ ਪਿਤਾ ਜਿੱਦਾਂ ਅਸੀਂ ਇਸ ਵਚਨ ਦੇ ਦੁਆਰਾ ਅਸੀਂ ਜਾਣਿਆ ਕਿ ਤੁਸੀਂ ਪਤੀ ਪਤਨੀ ਨੂੰ ਖਾਸ ਤੌਰ 'ਤੇ ਅੱਜ ਦਾ ਸੰਦੇਸ਼ ਦਿੱਤਾ ਮੇਰੇ ਪਰਮੇਸ਼ਰ ਪਿਤਾ,
ਪ੍ਰਭੂ ਜੀ ਜਦ ਵੀ ਤੁਹਾਡਾ ਵਚਨ ਭੇਜਿਆ ਜਾਂਦਾ ਜਾਂ ਜਿੰਨਾ ਕੰਨਾਂ ਦੇ ਦੁਆਰਾ ਸੁਣਿਆ ਜਾਂਦਾ ਪਰਮੇਸ਼ਰ, ਸੱਚਮੁੱਚ ਉਹ ਵਚਨ ਦੇ ਦੁਆਰਾ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋ, ਇੱਕ ਨਵਾਂ ਸੰਦੇਸ਼ ਦਿੰਦੇ ਹੋ ਮੇਰੇ ਪ੍ਰਭੂ ਜੀ, ਇੱਕ ਨਵਾਂ ਚਾਂਸ ਦਿੰਦੇ ਹੋ ਉਹਨਾਂ ਨੂੰ ਕਿ ਮੈਂ ਤੁਹਾਨੂੰ ਵਾਰਨ ਕਰਦਾ ਹਾਂ ਅੱਜ ਦੇ ਇਸ ਵਚਨ ਦੇ ਦੁਆਰਾ, ਕਿਉਂਕਿ ਤੇਰੀ ਜ਼ਿੰਦਗੀ ਦੇ ਵਿੱਚ ਇਹ ਕਮੀ ਆ, ਇਸ ਵਚਨ ਦੇ ਦੁਆਰਾ ਉਸ ਕਮੀ ਨੂੰ ਦੂਰ ਕਰ ਲਾ। ਜਿੱਦਾਂ ਪ੍ਰਭੂ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਮੈਂ ਤੁਹਾਨੂੰ ਜੋੜਿਆ ਆ, ਤੁਸੀਂ ਇੱਕ ਸਰੀਰ ਅਤੇ ਇੱਕ ਜਾਨ ਹੋ, ਇੱਕ ਪਤੀ ਅਤੇ ਪਤਨੀ ਨੂੰ ਤੁਸੀਂ ਕੀ ਕਿਹਾ ਕਿ ਇੱਕ ਸਰੀਰ ਆ, ਔਰ ਇਹਨਾਂ ਨੂੰ ਪਰਮੇਸ਼ਰ ਨੇ ਜੋੜਿਆ, ਇਹ ਅਲੱਗ ਨਹੀਂ ਹੋ ਸਕਦੇ। ਪਰ ਬਹੁਤਿਆਂ ਘਰਾਂ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਹਸਬੈਂਡ ਅਤੇ ਵਾਈਫ ਦੇ ਵਿੱਚ ਬੌਂਡਿੰਗ ਨਹੀਂ ਆ, ਉਹਨਾਂ ਦੇ ਵਿੱਚ ਲੜਾਈ ਝਗੜੇ ਚੱਲਦੇ ਆ, ਉਹ ਦੋਨੋਂ ਇੱਕ ਦੂਸਰੇ ਤੋਂ ਬੇਮੁਖ ਹੋ ਬੈਠੇ ਆ। ਪਿਤਾ ਪਰਮੇਸ਼ਰ ਬਹੁਤਿਆਂ ਘਰਾਂ ਦੇ ਵਿੱਚ ਲੜਾਈ ਝਗੜੇ ਅਤੇ ਈਰਖਾ ਆ। ਮਹਾਨ ਪਿਤਾ ਪਰਮੇਸ਼ਰ ਅੱਜ ਉਹਨਾਂ ਸਾਰਿਆਂ ਘਰਾਂ ਨੂੰ ਅਸੀਂ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਹਾਂ, ਉਹਨਾਂ ਸਾਰੇ ਰਿਸ਼ਤਿਆਂ ਨੂੰ, ਖਾਸ ਤੌਰ 'ਤੇ ਉਹਨਾਂ ਸਾਰੇ ਹਸਬੈਂਡ ਵਾਈਫਸ ਨੂੰ ਮੇਰੇ ਪਿਤਾ ਪਰਮੇਸ਼ਰ ਜਿਹੜੇ ਇੱਕ ਦੂਜੇ ਨਾਲ ਲੜਾਈ ਝਗੜਾ ਕਰਕੇ ਅਲੱਗ-ਅਲੱਗ ਹੋ ਕੇ ਬੈਠੇ ਆ। ਅੱਜ ਦਾ ਇਹ ਵਚਨ ਉਹਨਾਂ ਹਸਬੈਂਡ ਵਾਈਫ ਦੇ ਨੂੰ ਵਾਰਨ ਕਰਦਾ ਆ ਕਿ ਪਰਮੇਸ਼ਰ ਤੁਹਾਨੂੰ ਕਹਿੰਦੇ ਆ ਕਿ ਜਿਹਨੂੰ ਮੈਂ ਜੋੜਿਆ ਆ ਉਹਨੂੰ ਇਨਸਾਨ ਵੱਖ ਨਹੀਂ ਕਰ ਸਕਦੇ। ਇਸ ਲਈ ਪਿਤਾ ਪਰਮੇਸ਼ਰ ਦੇ ਜੋੜੇ ਇਸ ਪਵਿੱਤਰ ਰਿਸ਼ਤੇ ਦਾ ਮਜ਼ਾਕ ਨਾ ਉਡਾਓ। ਸੱਚਮੁੱਚ ਉਹਨਾਂ ਘਰਾਂ ਪਰਿਵਾਰਾਂ ਦੇ ਉੱਤੇ ਅੱਜ ਤੁਹਾਡੀ ਕਿਰਪਾ ਤੇ ਆਸ਼ੀਸ਼ ਉਤਰ ਆਵੇ। ਮਹਾਨ ਪਿਤਾ ਉਹਨਾਂ ਦੇ ਹਿਰਦੇ ਬਦਲ ਜਾਣ ਔਰ ਸੱਚਮੁੱਚ ਇੱਕ ਮਨ ਅਤੇ ਇੱਕ ਮਤ ਹੋ ਕੇ ਉਹ ਤੁਹਾਡੇ ਨਾਮ ਦੇ ਵਿੱਚ ਮਿਲ ਕੇ ਮਿਹਨਤ ਕਰਨ, ਕਿਉਂਕਿ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਜਿੱਥੇ 2 ਜਣੇ ਮਿਲ ਕੇ ਮਿਹਨਤ ਕਰਦੇ ਆ ਉਹਦਾ ਫਲ ਚੰਗਾ ਹੋਵੇਗਾ। ਸੱਚਮੁੱਚ ਮੇਰੇ ਪਿਤਾ ਜਦ ਪਤੀ ਅਤੇ ਪਤਨੀ ਦੋਨੋਂ ਮਿਲ ਕੇ ਤੁਹਾਡੇ ਨਾਮ ਦੇ ਵਿੱਚ ਤੁਹਾਡੀ ਆਰਾਧਨਾ ਕਰਨਗੇ, ਉਹ 1000 ਗੁਣਾ ਪ੍ਰਤੀਫਲ ਨੂੰ ਆਪਣੀਆਂ ਜ਼ਿੰਦਗੀਆਂ 'ਚ ਵੇਖਣਗੇ। ਪਿਤਾ ਜੀ ਇਹਨਾਂ ਸਾਰੇ ਘਰਾਂ ਨੂੰ, ਇਹਨਾਂ ਪਤੀ ਪਤਨੀਆਂ ਨੂੰ ਤੁਸੀਂ ਆਪਣਾ ਮਨ, ਆਪਣੀ ਮੱਤ, ਆਪਣੀ ਸੋਚ ਦਿਓ। ਪ੍ਰਭੂ ਤੁਸੀਂ ਪਤਨੀਆਂ ਨੂੰ ਕਿਹਾ ਆ ਕਿ ਪਵਿੱਤਰ ਅਤੇ ਘਰ ਸੰਭਾਲਣ ਵਾਲੀ ਨੇਕ ਅਤੇ ਪਤੀਆਂ ਦੇ ਅਧੀਨ ਹੋਵੇ। ਅੱਜ ਸਾਰੀਆਂ ਪਤਨੀਆਂ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਦ ਕਿ ਉਹ ਹਵਾ ਦੀ ਤਰ੍ਹਾਂ ਤੁਹਾਡੇ ਵਚਨ ਦੀ ਅਣਆਗਿਆਕਾਰੀ ਨਾ ਕਰਨ, ਪਰ ਆਗਿਆਕਾਰੀ ਕਰਦੇ ਹੋਏ ਆਪਣੇ ਪਤੀਆਂ ਦੇ ਅਧੀਨ ਹੋਣ। ਘਰ ਜੋੜਨ ਵਾਲੀਆਂ ਨੇਕ ਅਤੇ ਪਵਿੱਤਰ ਹੋ ਜਾਣ ਪਿਤਾ। ਇਹਨਾਂ ਨੂੰ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਤੁਹਾਡੇ ਜ਼ਿੰਦਾ ਲਹੂ 'ਚ ਕਵਰ ਕਰਦੀਆਂ। ਔਰ ਅੱਜ ਦੇ ਇਹਨਾਂ ਵਚਨਾਂ ਨੂੰ ਤੁਹਾਡੇ ਇਹਨਾਂ ਬੇਟੀਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਰਿਲੀਜ਼ ਕਰਦੇ ਹਾਂ ਪ੍ਰਭੂ ਜੀ। ਔਰ ਤੁਸੀਂ ਵਚਨ ਦੇ ਵਿੱਚ ਪਤੀਆਂ ਨੂੰ ਹੁਕਮ ਦਿੱਤਾ ਆ ਮੇਰੇ ਪਿਤਾ, ਤੁਸੀਂ ਕਿਹਾ ਆ ਕਿ ਆਪਣੀਆਂ ਪਤਨੀਆਂ ਦੇ ਨਾਲ ਗੂੜਾ ਪ੍ਰੇਮ ਰੱਖੋ, ਕਿਉਂਕਿ ਜਿਹਾ ਪ੍ਰੇਮ ਮਸੀਹ ਨੇ ਕਲੀਸਿਆ ਨਾਲ ਰੱਖਿਆ ਆ। ਪਰਮੇਸ਼ਰ ਪਿਤਾ ਜੋ ਨਾ ਸਾਰੇ ਤੁਹਾਡੇ ਬੇਟਿਆਂ ਦੇ ਉੱਤੇ ਤੁਹਾਡੇ ਜ਼ਿੰਦਾ ਲਹੂ ਨੂੰ ਛਿੜਕ ਦਿੰਦੇ ਆ, ਉਹਨਾਂ ਦੇ ਹਿਰਦਿਆਂ ਨੂੰ ਚੇਂਜ ਕਰੋ ਪ੍ਰਭੂ ਜੀ। ਹਰ ਤਰ੍ਹਾਂ ਦੀ ਕੁੜੱਤਣ ਅਤੇ ਕੌੜਾਪਨ ਨੂੰ ਯੀਸ਼ੂ ਦੇ ਨਾਮ ਦੇ ਵਿੱਚ ਕੈਂਸਲ ਕਰ ਦਿੰਦੇ ਪਿਤਾ ਪਰਮੇਸ਼ਰ। ਪ੍ਰਭੂ ਜੀ ਬਹੁਤੇ ਘਰ ਪਰਿਵਾਰ ਗੁੱਸੇ ਅਤੇ ਈਰਖਾ ਦੇ ਕਰਕੇ ਟੁੱਟਦੇ ਜਾ ਰਹੇ ਆ। ਉਸ ਗੁੱਸੇ ਦੀ ਗੰਦੀ ਸਪਿਰਿਟ ਨੂੰ ਅਸੀਂ ਯੀਸ਼ੂ ਦੇ ਨਾਮ ਦੇ ਵਿੱਚ ਕੈਂਸਲ ਕਰ ਦਿੰਦੇ ਹਾਂ। ਸਾਰੀਆਂ ਬੈਡ ਸਪਿਰਿਟ ਜੋ ਇਹਨਾਂ ਕਪਲਸ ਦੇ ਵਿੱਚ ਕੰਮ ਕਰ ਰਹੀਆਂ ਪਿਤਾ ਪਰਮੇਸ਼ਰ, ਉਹਨਾਂ ਨੂੰ ਤੁਹਾਡੇ ਪਵਿੱਤਰ ਨਾਮ ਦੇ ਵਸੀਲੇ ਅਸੀਂ ਹੁਕਮ ਦਿੰਦੇ ਹਾਂ, ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਕੈਂਸਲ ਆਊਟ ਹੋ ਜਾਣ। ਇਸੇ ਘੜੀ ਪਵਿੱਤਰ ਆਤਮਾ ਦੀ ਸਾਮਰਥ ਇਹਨਾਂ ਪਰਿਵਾਰਾਂ ਨੂੰ, ਇਹਨਾਂ ਘਰਾਂ ਨੂੰ, ਇਹਨਾਂ ਜੋੜੀਆਂ ਨੂੰ ਛੂਹਣ ਮੇਰੇ ਪਿਤਾ। ਤੁਹਾਡੇ ਬੱਚਿਆਂ ਨੂੰ ਬਲੈਸ ਕਰਨਾ ਤੇ ਇਸੇ ਵੇਲੇ ਘੜੀ ਚੰਗੇ ਹੋ ਜਾਣ। ਹਾਲੇਲੂਇਆ ਪਿਤਾ ਪਰਮੇਸ਼ਰ, ਅਸੀਂ ਖਾਸ ਤੌਰ ਤੇ ਪ੍ਰਾਰਥਨਾ ਕਰਦੇ ਹਾਂ ਤੁਹਾਡੀ ਬੇਟੀ ਪਰਮਿੰਦਰ ਸੰਧੂ ਦੇ ਲਈ, ਔਰ ਉਹਨਾਂ ਦੀ ਜੋ ਪ੍ਰੇ ਰਿਕੁਐਸਟ ਹੈ ਮੇਰੇ ਪਿਤਾ ਪਰਮੇਸ਼ਰ ਕਿ ਉਹਨਾਂ ਦੇ ਪਤੀ ਗਲਤ ਸੰਗਤ ਵਿੱਚ ਆ। ਮਹਾਨ ਪਿਤਾ ਅੱਜ ਤੁਹਾਡੇ ਜ਼ਿੰਦਾ ਲਹੂ ਦੇ ਵਸੀਲੇ ਉਸ ਬੇਟੇ ਨੂੰ ਅਸੀਂ ਸ਼ੁੱਧ ਕਰਦੇ ਪ੍ਰਭੂ ਜੀ, ਕਿਉਂਕਿ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਪਰਾਈ ਇਸਤਰੀ ਦਾ ਲਾਲਚ ਨਾ ਰੱਖ। ਇੱਕ ਅਣਆਗਿਆਕਾਰੀ ਮੇਰੇ ਪਿਤਾ ਪਰਮੇਸ਼ਰ ਜੋ ਤੁਹਾਡੇ ਬੇਟੇ ਤੋਂ ਹੁੰਦੀ ਹੈ ਮੇਰੇ ਪ੍ਰਭੂ ਜੀ, ਅੱਜ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਇਸ ਗਲਤ ਆਦਤ ਨੂੰ ਅਸੀਂ ਯੀਸ਼ੂ ਨਾਮ ਦੇ ਵਿੱਚ ਕੈਂਸਲ ਕਰਦੇ ਹਾਂ। ਅਸੀਂ ਜਾਣਦੇ ਕਿ ਯੀਸ਼ੂ ਦਾ ਨਾਮ ਸਾਮਰਥ ਵਾਲਾ ਆ ਪਿਤਾ। ਉਹਨਾਂ ਨੇ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ, ਹਰ ਤਰ੍ਹਾਂ ਦੀ ਚਿੜਚਿੜੇਪਨ ਨੂੰ, ਹਰ ਤਰ੍ਹਾਂ ਦੀ ਡਰਿੰਕ ਦੀ ਗੰਦੀ ਆਦਤ ਨੂੰ ਯੀਸ਼ੂ ਦੇ ਨਾਮ ਦੇ ਵਿੱਚ ਕੈਂਸਲ ਕਰਦੇ ਪ੍ਰਭੂ ਜੀ। ਔਰ ਖੁਦਾਵੰਦ ਪ੍ਰਾਰਥਨਾ ਕਰਦੇ ਹਾਂ ਤੁਹਾਡੇ ਬੇਟੇ ਅਨਮੋਲਪ੍ਰੀਤ ਸਿੰਘ ਅਤੇ ਸੁਮਨਦੀਪ ਕੌਰ ਦੇ ਲਈ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਜੀ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਤੁਸੀਂ ਇੱਕ ਮਤ, ਇੱਕ ਜਾਨ ਅਤੇ ਇੱਕ ਸਰੀਰ ਹੋਵੋਗੇ ਅਤੇ ਸਾਰੀ ਉਮਰ ਭਰ ਆਪਣੇ ਆਖਰੀ ਸਾਹਾਂ ਤੱਕ ਇੱਕ ਦੂਸਰੇ ਨਾਲ ਮਿਲੇ ਰਹੋਗੇ ਪਿਤਾ ਪਰਮੇਸ਼ਰ। ਇਹਨਾਂ ਦੇ ਪਰਿਵਾਰ ਦੇ ਵਿੱਚ, ਇਸ ਕਪਲ ਦੇ ਵਿੱਚ ਜਿਸ ਵੀ ਤਰ੍ਹਾਂ ਦੀ ਮਿਸਅੰਡਰਸਟੈਂਡਿੰਗ ਆ, ਅੱਜ ਯੀਸ਼ੂ ਦੇ ਨਾਮ ਦੇ ਵਿੱਚ ਉਹ ਕਲੀਅਰ ਹੋ ਜਾਵੇ। ਆਪਸੀ ਪ੍ਰੇਮ ਬਣਨ ਦੇ ਵਿੱਚ ਇਹਨਾਂ ਦੀ ਮਦਦ ਕਰੋ ਪਿਤਾ ਪਰਮੇਸ਼ਰ। ਔਰ ਸੱਚਮੁੱਚ ਤੁਸੀਂ ਕਿਹਾ ਆ ਕਿ ਜਿਹਨੂੰ ਮੈਂ ਜੋੜਿਆ ਉਹਨੂੰ ਇਨਸਾਨ ਅਲੱਗ ਨਹੀਂ ਕਰ ਸਕਦੇ। ਇਹਨਾਂ ਦਾ ਲੜਾਈ ਝਗੜਾ ਯੀਸ਼ੂ ਦੇ ਨਾਮ ਦੇ ਵਿੱਚ ਕੈਂਸਲ ਹੋ ਜਾਵੇ ਔਰ ਤੁਹਾਡੇ ਬੇਟਾ ਔਰ ਤੁਹਾਡੀ ਬੇਟੀ
ਆਪਸ ਵਿੱਚ ਮਿਲ ਕੇ ਰਹਿਣ ਔਰ ਸੱਚਮੁੱਚ ਤੁਹਾਡੇ ਨਾਮ ਦੀ ਮਹਿਮਾ ਕਰਨ, ਤੁਹਾਡੇ ਸਾਮਰਥ ਦੇ ਵਿੱਚ ਵਾਧੇ ਜਾਣ ਮੇਰੇ ਪਿਤਾ। ਤੁਹਾਡੇ ਲਹੂ ਦੇ ਵਸੀਲੇ ਇਸ ਘਰ ਵਿੱਚ ਤੁਹਾਡੀ ਬਰਕਤ ਉੱਤਰ ਆਵੇ ਪ੍ਰਭੂ ਜੀ। ਹਾਲੇਲੂਇਆ। ਥੈਂਕ ਯੂ ਜੀਸਸ। ਮਹਾਨ ਪਿਤਾ ਪਰਮੇਸ਼ਰ, ਤੁਹਾਡੀ ਤਾਰੀਫ ਕਰਦੇ ਹਾਂ ਪ੍ਰਭੂ ਜੀ, ਕਿਉਂਕਿ ਸੱਚਮੁੱਚ ਤੁਸੀਂ ਮਹਾਨ ਅਤੇ ਦਇਆਵਾਨ ਪਰਮੇਸ਼ਰ ਹੋ ਮੇਰੇ ਪਿਤਾ। ਤੁਸੀਂ ਵਚਨ ਦੇ ਵਿੱਚ ਕਹਿ ਕੇ ਦੁਖੀ ਅਤੇ ਮਸਕੀਨ ਨੇ ਮੇਰੇ ਅੱਗੇ ਦੁਹਾਈ ਦਿੱਤੀ ਅਤੇ ਮੈਂ ਉਹਦੀ ਆਵਾਜ਼ ਨੂੰ ਸੁਣ ਲਿਆ। ਖੁਦਾਵੰਦ, ਇਸੇ ਤਰ੍ਹਾਂ ਅੱਜ ਅਸੀਂ ਤੁਹਾਡੀ ਬੇਟੀ ਰਿਤੂ ਦੇ ਲਈ ਪ੍ਰਾਰਥਨਾ ਕਰਦੇ ਮਹਾਨ ਪਿਤਾ, ਔਰ ਉਹਨਾਂ ਦੇ ਹਸਬੈਂਡ ਦੇ ਲਈ ਪ੍ਰਾਰਥਨਾ ਕਰਦੇ ਪ੍ਰਭੂ ਜੀ। ਉਹਨਾਂ ਦੀ ਪੂਰੀ ਫੈਮਿਲੀ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਨੇ ਖੁਦਾਵੰਦ। ਇਸ ਹਸਬੈਂਡ ਅਤੇ ਵਾਈਫ ਨੂੰ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਰ। ਇਹਨਾਂ ਦੇ ਪੇਟ ਦੇ ਫਲ ਨੂੰ ਬਲੈਸ ਕਰੋ ਮੇਰੇ ਪ੍ਰਭੂ ਜੀ। ਜਿਸ ਤਰ੍ਹਾਂ ਤੁਸੀਂ ਹੰਨਾ ਦੀ ਆਵਾਜ਼ ਨੂੰ ਸੁਣਿਆ, ਉਸੇ ਤਰ੍ਹਾਂ ਆਪਣੀ ਬੇਟੀ ਦੀ ਆਵਾਜ਼ ਨੂੰ ਸੁਣੋ ਮੇਰੇ ਪਿਤਾ ਪਰਮੇਸ਼ਰ। ਇਸ ਕਪਲ ਨੂੰ ਬਲੈਸ ਕਰੋ ਮੇਰੇ ਪਿਤਾ, ਕਿਉਂਕਿ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਪੇਟ ਦਾ ਫਲ ਯਹੋਵਾ ਦੇ ਵੱਲੋਂ ਇੱਕ ਮਿਰਾਸ ਆ। ਖੁਦਾਵੰਦ, ਇਸ ਮਿਰਾਸ ਨੂੰ ਆਪਣੀ ਬੇਟੀ ਦੀ ਜ਼ਿੰਦਗੀ 'ਚ ਰਿਲੀਜ਼ ਕਰੋ। ਇਸੇ ਘੜੀ ਆਪਣੀ ਬੇਟੀ ਨੂੰ ਚੰਗਿਆ ਕਰੋ ਪਿਤਾ, ਇਹਨਾਂ ਦੇ ਪੇਟ ਨੂੰ ਬਲੈਸ ਕਰੋ ਪ੍ਰਭੂ ਜੀ। ਹਾਲੇਲੂਇਆ। ਥੈਂਕ ਯੂ ਜੀਸਸ। ਮਹਾਨ ਪਿਤਾ ਪਰਮੇਸ਼ਰ, ਤੁਹਾਡੀ ਤਾਰੀਫ ਕਰਦੇ ਹਾਂ। ਔਰ ਖੁਦਾਵੰਦ, ਪ੍ਰਾਰਥਨਾ ਕਰਦੇ ਹਾਂ ਵਿਕਰਮਜੀਤ ਸਿੰਘ ਦੇ ਲਈ ਔਰ ਉਹਨਾਂ ਦੀ ਪਤਨੀ ਪਰਮਜੀਤ ਕੌਰ ਦੇ ਲਈ ਮਹਾਨ ਪਿਤਾ ਪਰਮੇਸ਼ਰ। ਇਸ ਬੇਟੇ ਔਰ ਬੇਟੀ ਨੂੰ ਬਲੈਸ ਕਰੋ ਪਿਤਾ। ਸੱਚਮੁੱਚ ਤੁਸੀਂ ਇਹਨਾਂ ਨੂੰ ਜੋੜਿਆ ਮੇਰੇ ਪ੍ਰਭੂ ਜੀ। ਤੁਸੀਂ ਇਹਨਾਂ ਨੂੰ ਇੱਕ ਸੱਚੇ ਸਾਥੀ ਔਰ ਸੱਚੀ ਸਹਾਇਕਣ ਦੇ ਤੌਰ 'ਤੇ ਜੋੜਿਆ ਪਿਤਾ। ਇਹਨਾਂ ਨੂੰ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਜੋੜੇ ਰੱਖਣਾ। ਆਪਸੀ ਪਿਆਰ ਔਰ ਆਪਸੀ ਸਮਝ ਦੇ ਦੁਆਰਾ ਇਹਨਾਂ ਨੂੰ ਬਲੈਸ ਕਰੋ ਪ੍ਰਭੂ ਜੀ। ਨੇਕਨਾਮੀ, ਦਇਆ ਅਤੇ ਪ੍ਰੇਮ ਨੂੰ ਇਸ ਪਰਿਵਾਰ ਦੇ ਵਿੱਚ ਉਡੇਲ ਦਿਓ ਮੇਰੇ ਪਿਤਾ ਪਰਮੇਸ਼ਰ। ਹਾਲੇਲੂਇਆ। ਪ੍ਰਾਰਥਨਾ ਕਰਦੇ ਮਹਾਨ ਪਿਤਾ ਪਰਮੇਸ਼ਰ, ਤੁਹਾਡੀ ਬੇਟੀ ਭਾਵਨਾ ਦੇ ਲਈ ਖੁਦਾਵੰਦ ਔਰ ਉਹਨਾਂ ਦੇ ਹਸਬੈਂਡ ਬੰਟੀ ਦੇ ਲਈ ਖੁਦਾਵੰਦ ਪਿਤਾ ਪਰਮੇਸ਼ਰ। ਇਸ ਪਰਿਵਾਰ ਦੇ ਵਿੱਚ ਜਿਸ ਵੀ ਤਰ੍ਹਾਂ ਦੀ ਮਿਸਅੰਡਰਸਟੈਂਡਿੰਗ ਆ, ਜਿਸ ਵੀ ਵਜ੍ਹਾ ਕਰਕੇ ਹਸਬੈਂਡ ਵਾਈਫ ਅਲੱਗ ਆ ਪਿਤਾ ਪਰਮੇਸ਼ਰ, ਉਸ ਵਜ੍ਹਾ ਨੂੰ ਅਸੀਂ ਯਿਸੂ ਦੇ ਨਾਮ ਦੇ ਵਿੱਚ ਕੈਂਸਲ ਕਰਦੇ ਹਾਂ। ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਆਪਸੀ ਪ੍ਰੇਮ ਨੂੰ ਉਡੇਲ ਦਿਓ ਮੇਰੇ ਪਿਤਾ। ਇਹਨਾਂ ਦੀਆਂ ਸਾਰੀਆਂ ਗਲਤ ਫਹਿਮੀਆਂ ਨੂੰ ਦੂਰ ਕਰਕੇ ਇਹਨਾਂ ਦੇ ਦਿਲਾਂ ਨੂੰ ਸ਼ੁੱਧ ਕਰੋ ਪਿਤਾ ਪਰਮੇਸ਼ਰ। ਔਰ ਜਿਸ ਵਚਨ ਦੇ ਦੁਆਰਾ ਤੁਸੀਂ ਆਪਣੇ ਬੇਟੇ ਅਤੇ ਬੇਟੀ ਨੂੰ ਹੁਕਮ ਦਿੱਤਾ ਹੈ ਕਿ ਮੈਂ ਤੁਹਾਨੂੰ ਜੋੜਿਆ ਆ, ਤਾਂ ਤੁਸੀਂ ਹਮੇਸ਼ਾ ਇੱਕ ਮਨ, ਇੱਕ ਮਾਤਾ ਤੇ ਇੱਕ ਸਰੀਰ ਰਹੋਗੇ। ਉਸ ਵਚਨ ਦੇ ਦੁਆਰਾ ਇਹ ਪਰਿਵਾਰ ਫਿਰ ਤੋਂ ਜੁੜ ਜਾਵੇ। ਖੁਦਾਵੰਦ, ਪ੍ਰਾਰਥਨਾ ਕਰਦੇ ਹਾਂ ਤੁਹਾਡੇ ਬੇਟੇ ਗੁਰਜੀਤ ਸਿੰਘ ਅਤੇ ਉਹਨਾਂ ਦੀ ਬੇਟੀ ਮਨਿੰਦਰ ਦੇ ਲਈ ਮੇਰੇ ਪਿਤਾ ਪਰਮੇਸ਼ਰ। ਪਰਮੇਸ਼ਰ ਪਿਤਾ, ਅਸੀਂ ਜਾਣਦੇ ਹਾਂ ਕਿ ਜਦ ਆਗਿਆਕਾਰੀ ਕੀਤੀ ਜਾਂਦੀ ਆ ਤਾਂ ਪਰਮੇਸ਼ਰ ਦਾ ਆਤਮਾ ਕ੍ਰੋਧਵਾਨ ਹੁੰਦਾ ਆ। ਪਰਮੇਸ਼ਰ ਪਿਤਾ, ਇਸ ਪਰਿਵਾਰ ਤੋਂ ਜੋ ਵੀ ਆਗਿਆਕਾਰੀ ਹੋਈ ਹੈ, ਜਿਹਦੇ ਕਰਕੇ ਹਸਬੈਂਡ ਅਤੇ ਵਾਈਫ ਅਲੱਗ ਹੈ ਮੇਰੇ ਪਰਮੇਸ਼ਰ ਪਿਤਾ, ਹਰ ਤਰ੍ਹਾਂ ਦੇ ਕ੍ਰੋਧ ਨੂੰ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕੈਂਸਲ ਕਰੋ। ਜਿਸ ਵੀ ਵਜ੍ਹਾ ਕਰਕੇ ਇਹ ਪਰਿਵਾਰ ਅਲੱਗ ਆ, ਉਸ ਵਜ੍ਹਾ ਨੂੰ ਇਸ ਪਰਿਵਾਰ ਤੋਂ ਕੈਂਸਲ ਕਰ ਦਿਓ ਮੇਰੇ ਪਿਤਾ ਪਰਮੇਸ਼ਰ। ਸੱਚਮੁੱਚ ਆਪਣੇ ਬੇਟੇ ਅਤੇ ਬੇਟੀ ਨੂੰ ਇਸ ਵੇਲੇ ਛੂਹੋ ਪਰਮੇਸ਼ਰ ਪਿਤਾ। ਇਸ ਰਿਸ਼ਤੇ ਨੂੰ ਇੱਕ ਹੋਰ ਮੌਕਾ ਦਿਓ ਮੇਰੇ ਪਿਤਾ ਪਰਮੇਸ਼ਰ। ਆਪਣੇ ਲਹੂ ਦੇ ਵਸੀਲੇ ਬਲੈਸ ਕਰੋ ਪ੍ਰਭੂ ਜੀ। ਆਪਣੀ ਆਤਮਾ ਦੀ ਅਗਵਾਈ ਦੇ ਨਾਲ ਇਸ ਘਰ ਦੇ ਵਿੱਚ ਕੰਮ ਕਰੋ ਪਿਤਾ ਪਰਮੇਸ਼ਰ। ਹਾਲੇਲੂਇਆ। ਉਹ ਜੀਸਸ, ਤੁਹਾਡੀ ਤਾਰੀਫ ਹੋ ਮਹਾਨ ਪਿਤਾ ਪਰਮੇਸ਼ਰ। ਸੱਚਮੁੱਚ ਤੁਸੀਂ ਦਇਆਵਾਨ ਪਰਮੇਸ਼ਰ ਹੋ ਮੇਰੇ ਖੁਦਾਵੰਦ। ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਜੋ ਕੋਈ ਵੀ ਮੇਰੇ ਨਾਮ ਦੇ ਵਿੱਚ ਵਿਸ਼ਵਾਸ ਦੇ ਨਾਲ ਮੰਗੇਗਾ ਔਰ ਭਰਮ ਨਾ ਕਰੇਗਾ, ਤਾਂ ਸੱਚਮੁੱਚ ਜੋ ਉਹ ਬੋਲੇਗਾ ਉਹਦੇ ਲਈ ਕੀਤਾ ਜਾਵੇਗਾ। ਖੁਦਾਵੰਦ, ਮੈਂ ਅੱਜ ਪੂਰੇ ਵਿਸ਼ਵਾਸ ਦੇ ਨਾਲ ਇਹਨਾਂ ਘਰਾਂ ਦੇ ਲਈ ਪ੍ਰਾਰਥਨਾ ਕਰਦੀ ਹਾਂ। ਮੈਂ ਵਿਸ਼ਵਾਸ ਕਰਦੀ ਪਿਤਾ ਪਰਮੇਸ਼ਰ ਕਿ ਤੁਸੀਂ ਸਾਡੇ ਸ਼ਬਦਾਂ ਦੇ ਵਿੱਚ ਸਾਮਰਥ ਦਿੱਤੀ ਆ। ਖੁਦਾਵੰਦ, ਇਹਨਾਂ ਸਾਮਰਥੀ ਸ਼ਬਦਾਂ ਦੇ ਦੁਆਰਾ ਜੋ ਬੋਲਿਆ ਜਾਵੇਗਾ, ਸੱਚਮੁੱਚ ਉਹ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੋਵੇਗਾ ਮੇਰੇ ਪ੍ਰਭੂ ਜੀ। ਮੈਂ ਆਪਣੇ ਪੂਰੇ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੀ ਖੁਦਾਵੰਦ ਤੁਹਾਡੇ ਬੇਟੇ ਮਨਦੀਪ ਸਿੰਘ ਔਰ ਉਹਨਾਂ ਦੀ ਪਤਨੀ ਮਨਦੀਪ ਕੌਰ ਦੇ ਲਈ ਪਿਤਾ ਪਰਮੇਸ਼ਰ। ਇਸ ਪਰਿਵਾਰ ਨੂੰ ਬਲੈਸ ਕਰੋ ਮੇਰੇ ਪ੍ਰਭੂ ਜੀ। ਆਪਣੇ ਬੇਟੇ ਅਤੇ ਬੇਟੀ ਦੇ ਉੱਤੇ ਆਪਣੇ ਪਵਿੱਤਰ ਆਤਮਾ ਨੂੰ ਵਹਾ ਦਿਓ ਮੇਰੇ ਪਿਤਾ ਪਰਮੇਸ਼ਰ। ਇਹਨਾਂ ਦੇ ਹਿਰਦਿਆਂ ਨੂੰ ਚੇਂਜ ਕਰੋ ਪ੍ਰਭੂ ਜੀ। ਹਰ ਤਰ੍ਹਾਂ ਦਾ ਗੁੱਸਾ ਅਤੇ ਵੈਰ ਵਿਰੋਧ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਕੈਂਸਲ ਹੋ ਜਾਵੇ। ਆਪਸੀ ਪ੍ਰੇਮ ਅਤੇ ਆਪਣੇਪਨ, ਨੇਕਨਾਮੀ ਅਤੇ ਪਵਿੱਤਰਤਾਈ ਨੂੰ ਔਰ ਸਮਝ, ਗਿਆਨ ਅਤੇ ਬੁੱਧ ਨੂੰ ਇਸ ਪਰਿਵਾਰ ਦੇ ਵਿੱਚ ਰਿਲੀਜ਼ ਕਰੋ ਖੁਦਾਵੰਦਾ। ਮਹਾਨ ਪਿਤਾ ਪਰਮੇਸ਼ਰ, ਅਸੀਂ ਜਾਣਦੇ ਹਾਂ ਤੁਸੀਂ ਆਪਣੇ ਵਚਨ ਦੇ ਵਿੱਚ ਸਾਡੇ ਨਾਲ ਅਨੇਕਾਂ ਹੀ ਵਾਅਦੇ ਕੀਤੇ ਆ, ਔਰ ਤੁਸੀਂ ਵਚਨ ਦੇ ਵਿੱਚ ਕਹਿ ਕੇ ਦੇਖ, ਮੈਂ ਤੇਰੇ ਰੋਣੇ ਨੂੰ ਵੇਖ ਲਿਆ ਅਤੇ ਮੈਂ ਤੇਰੀ ਪੁਕਾਰ ਨੂੰ ਸੁਣ ਲਿਆ ਆ। ਪਰਮੇਸ਼ਰ ਪਿਤਾ, ਇਸੇ ਤਰ੍ਹਾਂ ਅਸੀਂ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੇ ਤੁਹਾਡੀ ਬੇਟੀ ਰਾਣੀ ਅਤੇ ਉਹਨਾਂ ਦੇ ਪਤੀ ਸੌਂਦੀ ਰਾਮ ਦੇ ਲਈ ਮੇਰੇ ਪਿਤਾ ਪਰਮੇਸ਼ਰ। ਸੱਚਮੁੱਚ ਤੁਸੀਂ ਆਪਣੀ ਬੇਟੀ ਦੀ ਆਵਾਜ਼ ਨੂੰ ਸੁਣ ਲਿਆ ਮੇਰੇ ਪ੍ਰਭੂ ਜੀ। ਤੁਸੀਂ ਉਹਨਾਂ ਦੇ ਰੋਣੇ ਨੂੰ ਵੇਖਿਆ ਮੇਰੇ ਪਿਤਾ ਪਰਮੇਸ਼ਰ। ਜਿਸ ਵੀ ਨਸ਼ੇ ਦੀ ਗੰਦੀ ਲਾਨਤ ਦੇ ਕਰਕੇ ਇਸ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਆ, ਔਰ ਜਿਸ ਵਜ੍ਹਾ ਕਰਕੇ ਤੁਹਾਡੀ ਬੇਟੀ ਆਪਣੀ ਦੁੱਖ ਅਤੇ ਪਰੇਸ਼ਾਨੀ ਦੀ ਘੜੀ
ਘੜੀ ਦੇ ਵਿੱਚ ਤੁਹਾਡੀ ਹਜ਼ੂਰੀ ਦੇ ਵਿੱਚ ਰੋਂਦੀ ਹੈ ਮੇਰੇ ਪਿਤਾ। ਤੁਸੀਂ ਇਹਨਾਂ ਦੇ ਹੰਝੂਆਂ ਨੂੰ ਵੇਖਿਆ ਮੇਰੇ ਪ੍ਰਭੂ ਜੀ, ਤੁਸੀਂ ਇਹਨਾਂ ਦੇ ਹਾਲਾਤਾਂ ਨੂੰ ਸੱਚਮੁੱਚ ਬਦਲ ਦਿੱਤਾ ਮਹਾਨ ਪਿਤਾ ਪਰਮੇਸ਼ਰ। ਐ ਖੁਦਾਵੰਦ ਅਸੀਂ ਪ੍ਰਾਰਥਨਾ ਕਰਦੇ ਇਸ ਪਰਿਵਾਰ ਦੇ ਲਈ, ਇਸ ਪਰਿਵਾਰ ਦੇ ਵਿੱਚ ਆਪਸੀ ਪ੍ਰੇਮ ਅਤੇ ਦਇਆ ਨੂੰ ਉਡੇਲ ਦਿਓ ਮੇਰੇ ਪ੍ਰਭੂ ਜੀ। ਤੁਹਾਡਾ ਆਤਮਾ ਇਹਨਾਂ ਘਰਾਂ ਅਤੇ ਪਰਿਵਾਰਾਂ ਦੇ ਵਿੱਚ ਕੰਮ ਕਰੇ ਪਰਮੇਸ਼ਰ ਪਿਤਾ। ਇਸ ਹਸਬੈਂਡ ਵਾਈਫ ਦੇ ਵਿੱਚ ਹਰ ਤਰ੍ਹਾਂ ਦੇ ਲੜਾਈ ਝਗੜੇ ਨੂੰ ਅਸੀਂ ਯਿਸੂ ਦੇ ਨਾਮ ਦੇ ਵਿੱਚ ਕੈਂਸਲ ਕਰਦੇ ਹਾਂ ਪਰਮੇਸ਼ਰ ਪਿਤਾ। ਜਿੰਨੇ ਵੀ ਘਰਾਂ ਪਰਿਵਾਰਾਂ ਦੇ ਲਈ ਅੱਜ ਪ੍ਰਾਰਥਨਾ ਕੀਤੀ ਗਈ ਖੁਦਾਵੰਦ, ਇਹਨਾਂ ਸਾਰੇ ਘਰਾਂ ਨੂੰ, ਇਹਨਾਂ ਸਾਰੇ ਜੋੜਿਆਂ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਪ੍ਰਭੂ ਜੀ। ਸੱਚਮੁੱਚ ਤੁਸੀਂ ਇਹਨਾਂ ਨੂੰ ਜੋੜਿਆ ਔਰ ਸੱਚਮੁੱਚ ਤੁਹਾਡੀ ਮਰਜ਼ੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪੂਰੀ ਹੋਵੇਗੀ ਪਰਮੇਸ਼ਰ ਪਿਤਾ। ਅਸੀਂ ਜਾਣਦੇ ਹਾਂ ਕਿ ਇੱਕ ਇਨਸਾਨ ਦੇ ਦੁਆਰਾ ਲਿਆ ਗਿਆ ਫੈਸਲਾ ਗਲਤ ਹੋ ਸਕਦਾ, ਪਰ ਜੋ ਫੈਸਲਾ ਪਰਮੇਸ਼ਰ ਪਿਤਾ ਵੱਲੋਂ ਹੋਇਆ ਉਹਦੇ ਵਿੱਚ ਕੋਈ ਗਲਤੀ, ਕੋਈ ਸ਼ੱਕ ਨਹੀਂ ਹੈ। ਸੱਚਮੁੱਚ ਖੁਦਾਵੰਦ ਇਹਨਾਂ ਜੋੜਿਆਂ ਨੂੰ ਜੋੜਨ ਦੇ ਵਿੱਚ ਤੁਹਾਡੀ ਜੋ ਮਰਜ਼ੀ ਆ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਪੂਰੀ ਹੋਵੇ। ਜਿਸ ਵੀ ਗਲਤੀ, ਗੁਨਾਹ, ਪਾਪ ਅਤੇ ਅਪਰਾਧ ਦੇ ਕਰਕੇ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚ ਲੜਾਈ ਝਗੜੇ, ਆਪਸੀ ਮਨ ਮੁਟਾਵਿਆ, ਉਹਨਾਂ ਸਾਰੇ ਗਲਤੀਆਂ, ਗੁਨਾਹਾਂ, ਪਾਪਾਂ, ਅਪਰਾਧਾਂ ਦੀ ਅੱਜ ਅਸੀਂ क्षमा ਮੰਗਦੇ ਹਾਂ ਪਿਤਾ ਪਰਮੇਸ਼ਰ। ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਹਮੇਸ਼ਾ ਦੇ ਲਈ ਇਹਨਾਂ ਘਰਾਂ ਪਰਿਵਾਰਾਂ ਵਿੱਚੋਂ ਸਦਾ ਤੱਕ ਦੇ ਲਈ ਕੈਂਸਲ ਕਰ ਦਿਓ ਮਹਾਨ ਪਿਤਾ ਪਰਮੇਸ਼ਰ। ਤੁਹਾਡੀ ਤਾਰੀਫ ਕਰਦੇ ਹਾਂ ਔਰ ਵਿਸ਼ਵਾਸ ਕਰਦੇ ਹਾਂ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਆ ਕਿ ਜੋ ਕੁਛ ਵੀ ਮੇਰਾ ਨਾਮ ਲੈ ਕੇ ਤੁਸੀਂ ਮੰਗੋਗੇ ਉਹ ਤੁਹਾਡੇ ਲਈ ਦਿੱਤਾ ਜਾਵੇਗਾ। ਖੁਦਾਵੰਦ ਅਸੀਂ ਵਿਸ਼ਵਾਸ ਕਰਦੇ ਕਿ ਇਹਨਾਂ ਘਰਾਂ ਦੇ ਲਈ, ਇਹਨਾਂ ਪਰਿਵਾਰਾਂ ਦੇ ਲਈ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚੋਂ ਜੋ ਕੁਛ ਵੀ ਮੰਗਿਆ ਸੋ ਪਾਇਆ। ਤੁਹਾਡਾ ਅੱਤ ਜਲਾਲੀ, ਜ਼ਿੰਦਾ ਔਰ ਸਾਮਰਥੀ ਨਾਮ ਲੈ ਕੇ ਪੂਰੇ ਹੀ ਪਰਿਵਾਰ ਮਿਲ ਕੇ ਮੰਗਦੇ ਹਾਂ। ਆਮੀਨ, ਆਮੀਨ, ਆਮੀਨ। ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ।